ਲੰਬੀ ਮੀਟਿੰਗ ਤੋਂ ਬਾਅਦ ਸਿੰਘ ਸਾਹਿਬਾਨ ਨੇ ਉਹਨਾਂ ਨੂੰ ਤਨਖਾਹੀਆ ਘੋਸ਼ਿਤ ਕਰ ਦਿੱਤਾ, ਤਨਖਾਹੀਆ ਐਲਾਨ ਦਿੱਤਾ। ਤਨਖਾਹੀਏ ਦਾ ਭਾਵ ਇਹ ਹੁੰਦਾ ਕਿ ਹੁਣ ਕੋਈ ਵੀ ਸਿੱਖ ਦੁਨੀਆ ਭਰ ਦਾ ਉਹਨਾਂ ਨੂੰ ਮੂੰਹ ਨਹੀਂ ਲਗਾਊਗਾ। ਸੋ ਜਿਨ੍ਹਾਂ ਦੀ ਬਦੌਲਤ ਇਹ ਸਾਰਾ ਕੁਝ ਹੋ ਪਾਇਆ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਮੇਰੇ ਨਾਲ ਹੈਗੇ ਨੇ ਡਾਕਟਰ ਗੁਰਵਿੰਦਰ ਸਿੰਘ ਜੀ ਸਮਰਾ। ਪਰ ਜਦੋਂ ਉੱਥੇ ਹੀ ਦੁਰਵਰਤੋਂ ਹੋਣ ਲੱਗ ਪਵੇ ਤਾਂ ਮੈਨੂੰ ਲੱਗਦਾ ਕਿ ਜ਼ਰੂਰ ਮਨ 'ਚ ਖਿਆਲ ਆਉਂਦਾ ਹੋਊਗਾ ਵੀ ਇਹਦੇ ਨਾਲ ਤਾਂ ਮੈਂ ਸਿੱਧੀ ਸੇਵਾ ਕਰ ਲਈ ਹੁੰਦੀ ਹੈ ਨਾ ਜੀ ਕਿਤੇ। ਡਾਕਟਰ ਸਾਹਿਬ ਜਿਹੜੇ ਸਾਬਕਾ ਹੋ ਗਏ ਹੁਣ ਜਥੇਦਾਰ ਤਨਖਾਹੀਆ ਕਰਾਰ ਦੇ ਦਿੱਤੇ ਗਏ, ਮੈਨੂੰ ਲੱਗਦਾ ਕਿ ਉਹਨਾਂ ਨੂੰ ਨਾ ਰਣਜੀਤ ਸਿੰਘ ਗੌਹਰ ਹੁਣਾਂ ਨੂੰ ਤੁਸੀਂ ਜ਼ਹਿਰ ਦਿਖਾਲੀ ਦਿੰਦੇ ਹੋਣੇ ਹੋ। ਸਾਡੇ ਜਿਹੜੇ ਬਿਹਾਰ ਦੇ ਸਿੱਖ ਨੇ ਉਹ ਚਾਹੁੰਦੇ ਵੀ ਸੀ ਕਿ ਜਿਹੜਾ ਇੱਥੋਂ ਦਾ ਪ੍ਰਧਾਨ ਹੋਵੇ ਉਹ ਬਿਹਾਰ ਦਾ ਹੀ ਸਿੱਖ ਹੋਵੇ। ਇਹ ਵੀ ਮਾਲਕ ਨੇ ਸੁਣੀ। ਡਾਕਟਰ ਸਾਹਿਬ ਜਿਹੜੀ ਉੱਥੋਂ ਦੀ ਮੈਨੇਜਮੈਂਟ ਕਮੇਟੀ ਹੈਗੀ ਆ, ਤੁਸੀਂ ਸੰਪਰਕ 'ਚ ਹੀ ਰਹਿੰਦੇ ਹੋ ਉਹਨਾਂ ਦੇ, ਹੈ ਨਾ ਜੀ, ਤੁਸੀਂ ਉੱਥੋਂ ਦੇ ਸਾਰੇ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ। ਉੱਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਦੇ ਕੰਮਕਾਰ ਕਰਨ ਦੇ ਤੌਰ ਤਰੀਕੇ ਉਹ ਸਾਰਿਆਂ ਤੋਂ ਤੁਸੀਂ ਭਲੀ ਭਾਂਤ ਜਾਣੂ ਹੋ, ਠੀਕ ਲੱਗਦੇ ਨੇ? ਸਵਾਲ ਜ਼ਰੂਰ ਪੈਦਾ ਹੁੰਦਾ ਕਿਉਂਕਿ ਸਾਰੇ ਇੱਦਾਂ ਚਾਹੁੰਦੇ ਹੈਗੇ ਆ ਜਾਂ ਸਾਰਿਆਂ ਨੂੰ ਪਤਾ ਹੈਗਾ ਕਿ ਪੰਜਾਬ ਤੋਂ ਸਿੰਘਾਂ ਨੂੰ ਉੱਥੇ ਜਾਣਾ ਪੈ ਗਿਆ ਚੱਲ ਕੇ 1550-80 ਕਿਲੋਮੀਟਰ ਮੇਰੇ ਖਿਆਲ ਬਣਦੇ ਆ ਨਾ ਜੀ। ਉਹਨਾਂ ਨੂੰ ਲਾਗੇ ਬੈਠਿਆਂ ਨੂੰ ਨਹੀਂ ਦਿਸਦਾ ਪਿਆ ਵੀ ਉੱਥੇ ਹੋ ਕੀ ਰਿਹਾ। ਦੇਖੋ ਡਾਕਟਰ ਸਾਹਿਬ 2200 ਏਕੜ ਜਿਹੜੀ ਜ਼ਮੀਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮੇ ਹੈਗੀ, ਉਹਦੇ ਸੰਬੰਧ ਤਾਂ ਮੈਨੂੰ ਪਤਾ ਲੱਗਾ ਕਿ ਹਾਈ ਕੋਰਟ 'ਚ ਕੇਸ ਚੱਲਦਾ ਪਿਆ। ਸੋ ਜ਼ਮੀਨ ਤਾਂ ਆਪਾਂ ਚਾਹੁੰਦੇ ਹਾਂ ਕਿ ਸਾਡੇ ਕੋਲ ਆ ਜਾਵੇ, ਪਰ ਸਰੂਪ ਉੱਧਰ ਨੂੰ ਸਾਡਾ ਧਿਆਨ ਨਹੀਂ ਹੈਗਾ। ਸਰਦਾਰ ਬਲਦੇਵ ਸਿੰਘ ਜੀ ਹੋਣੇ ਬਹੁਤ ਨਿਮਰਤਾ ਵਾਲੇ ਨੇ, ਬਹੁਤ ਨਿਮਰਤਾ ਵਾਲੇ। ਕਿਸੇ ਵਾਦ ਕਿਸੇ ਇੱਧਰ ਉੱਧਰ ਗੱਲ ਕਿਸੇ ਦੇ ਵਿੱਚ ਪੈਣ ਵਾਲੇ ਪਾਤਸ਼ਾਹ ਦੀ ਬਹੁਤ ਬਖਸ਼ਿਸ਼ ਹੈ। ਤਾਂ ਇਹ ਖਿਆਲ ਆ ਰਿਹਾ ਕਿ ਬਾਹਲੇ ਜ਼ਿਆਦਾ ਵੀ ਨਿਮਰਤਾ ਵਾਲੇ ਨਾ ਹੋਣ ਕਿ ਉੱਥੇ ਤੁਹਾਡੇ ਲਾਗੇ ਛਾਗੇ ਕੋਈ ਮਹੰਤ ਬੋਰੇ 'ਚ ਪਾ ਕੇ ਸਰੂਪ ਘੁੰਮਦਾ ਫਿਰੇ। ਥੋੜ੍ਹੀ ਜਿਹੀ ਨਿਮਰਤਾ ਫਿਰ ਕੋਈ ਗੱਲ ਨਹੀਂ, ਫਿਰ ਅੱਗ ਵੀ ਅੰਦਰ ਹੈਗੀ ਏ। ਮੈਂ ਬਹੁਤ ਉੱਥੇ ਵਿਚਰ ਕੇ ਵੇਖਿਆ ਕਿ ਪ੍ਰਮਾਤਮਾ ਦਾ ਗੁਰੂ ਗੋਬਿੰਦ ਸਿੰਘ ਪ੍ਰਤੀ ਉਹਨਾਂ ਦੀ ਬਹੁਤ ਅਥਾਹ ਸ਼ਰਧਾ ਹੈ, ਬਹੁਤ ਸ਼ਰਧਾ ਹੈਗੀ ਹੈ। ਪਰ ਇਹ ਹੈ ਕਿ ਕੁਝ ਸਾਡੇ ਉੱਧਰ ਬਹੁਤ ਸਾਰੇ ਸਿੱਖ ਜਿਹੜੇ ਫਾਈਨੈਂਸ਼ੀਅਲੀ ਵੀਕ ਨੇ, ਠੀਕ ਹੈ, ਜਿਸ ਵਾਸਤੇ ਇਹ ਚੀਜ਼ਾਂ ਦੀ ਕੁਝ ਘਾਟ ਵੀ ਹੈਗੀ ਹੈ। ਦੋਸਤੋ ਤੁਹਾਡਾ ਸਵਾਗਤ ਹੈ ਆਪਣਾ ਸਾਂਝਾ ਪੰਜਾਬ ਟੀਵੀ ਤੇ। ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ ਇੱਕ ਪਿੱਛੇ ਜਿਹਾ ਮਸਲਾ ਬਹੁਤ ਜ਼ਿਆਦਾ ਗਰਮਾਇਆ ਸੀਗਾ, ਉਸ ਤੋਂ ਬਾਅਦ ਉਸ ਮਸਲੇ ਦਾ ਹੱਲ ਵੀ ਹੋ ਗਿਆ ਹੈ। ਮਸਲਾ ਕੀ ਸੀਗਾ ਮੈਂ ਤੁਹਾਨੂੰ ਸੰਖੇਪ ਜਿਹੇ ਦੇ ਵਿੱਚ ਦੱਸ ਦਿੰਦਾ। ਮਸਲਾ ਇਹ ਸੀਗਾ ਕਿ ਤਖਤ ਸ੍ਰੀ ਪਟਨਾ ਸਾਹਿਬ ਬਿਹਾਰ ਦੇ ਵਿੱਚ ਪੈਂਦਾ ਹੈਗਾ। ਆਪਾਂ ਸਾਰੇ ਜਾਣਦੇ ਹੈਗੇ ਕਿ ਉੱਥੋਂ ਦੇ ਜਥੇਦਾਰ ਜਿਹੜੇ ਹੁਣ ਸਾਬਕਾ ਹੋ ਚੁੱਕੇ ਆ, ਗਿਆਨੀ ਰਣਜੀਤ ਸਿੰਘ ਗੌਹਰ ਹੋਰਾਂ ਨੇ ਕੁਛ ਇੱਦਾਂ ਦੇ ਕੰਮ ਕੀਤੇ ਜਿਹਦੇ ਨਾਲ ਖਾਲਸਾ ਪੰਥ ਦਾ ਸਿਰ ਨੀਵਾਂ ਹੁੰਦਾ ਹੈ, ਪਰ ਉਹਨਾਂ ਨੇ ਉਹ ਸਾਰੇ ਕੰਮ ਕਰ ਲਏ। ਜ਼ਾਹਰ ਹੋ ਗਿਆ ਜਦੋਂ ਉਸ ਤੋਂ ਬਾਅਦ ਮੀਟਿੰਗ ਹੋਈ। ਲੰਬੀ ਮੀਟਿੰਗ ਤੋਂ ਬਾਅਦ ਸਿੰਘ ਸਾਹਿਬਾਨ ਨੇ ਉਹਨਾਂ ਨੂੰ ਤਨਖਾਹੀਆ ਘੋਸ਼ਿਤ ਕਰ ਦਿੱਤਾ, ਤਨਖਾਹੀਆ ਐਲਾਨ ਦਿੱਤਾ। ਤਨਖਾਹੀਏ ਦਾ ਭਾਵ ਇਹ ਹੁੰਦਾ ਕਿ ਹੁਣ ਕੋਈ ਵੀ ਸਿੱਖ ਦੁਨੀਆ ਭਰ ਦਾ ਉਹਨਾਂ ਨੂੰ ਮੂੰਹ ਨਹੀਂ ਲਗਾਊਗਾ। ਪਰ ਕੀ ਉਹ ਚੁੱਪ ਕਰਕੇ ਬਹਿ ਗਏ ਨੇ ਜਾਂ ਉਹ ਆਪਣੀ ਗਲਤੀ ਦਾ ਅਹਿਸਾਸ ਕਰਦੇ ਨੇ, ਇਹ ਤਾਂ ਹੁਣ ਉਹੀ ਜਾਣਦੇ ਹੋਣਗੇ। ਸੋ ਜਿਨ੍ਹਾਂ ਦੀ ਬਦੌਲਤ ਇਹ ਸਾਰਾ ਕੁਝ ਹੋ ਪਾਇਆ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਮੇਰੇ ਨਾਲ ਹੈਗੇ ਨੇ ਡਾਕਟਰ ਗੁਰਵਿੰਦਰ ਸਿੰਘ ਜੀ ਸਮਰਾ, ਕਰਤਾਰਪੁਰ ਹਸਪੀਟਲ ਹੈਗਾ ਉਹਨਾਂ ਦਾ। ਇਹ ਡਾਕਟਰ ਸਾਹਿਬ ਗਾਹੇ ਬਗਾਹੇ ਉੱਥੇ ਸੇਵਾ ਕਰਦੇ ਹੀ ਰਹਿੰਦੇ ਨੇ। ਪਿੱਛੇ ਜਿਹੇ ਵੀ ਇਹਨਾਂ ਨੇ ਸੋਨੇ ਦੀ ਕਿਰਪਾਨ ਦੇ ਨਾਲ ਸੇਵਾ ਕੀਤੀ ਸੀਗੀ। ਹੁਣ ਤਖਤਾਂ ਦੇ ਹੁਣ ਜਥੇਦਾਰ ਅਤੇ ਉਹਨਾਂ ਦੇ ਉੱਪਰ ਚੋਰੀ ਦੇ ਲੱਗਣ ਇਲਜ਼ਾਮ, ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੌਮ ਕਿੱਥੇ ਖੜੀ ਹੈ ਅਤੇ ਕੌਮ ਨੂੰ ਅਗਵਾਈ ਦੇਣ ਵਾਲੇ ਜਥੇਦਾਰ ਉਹ ਕਿੱਥੇ ਖੜੇ ਨੇ। ਸੋ ਇਹ ਉਸ ਤੋਂ ਬਾਅਦ ਵਧੀਆ ਇੱਕ ਗੱਲ ਹੋ ਗਈ ਕਿ ਪੰਜ ਸਿੰਘ ਸਾਹਿਬਾਨ ਨੇ ਜਿਹੜਾ ਫੈਸਲਾ ਲਿਆ ਕਿ ਉਹਨਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ। ਆਪਾਂ ਡਾਕਟਰ ਸਾਹਿਬ ਦੇ ਨਾਲ ਥੋੜ੍ਹੀ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਹੁਣ ਜਿਹੜਾ ਸਭ ਤੋਂ ਅਹਿਮ ਮਸਲਾ ਜਿਹੜਾ ਹੈਗਾ ਸਵਾਲ ਆ ਉਹ ਇਹ ਹੈ ਕਿ ਜਿਹੜੇ ਉੱਥੋਂ ਦੇ ਪ੍ਰਧਾਨ ਸਾਹਿਬ ਸੀਗੇ ਗਿਆਨੀ ਅਵਤਾਰ ਸਿੰਘ ਜੀ ਹਿੱਤ, ਉਹ ਵੀ ਅਕਾਲ ਚਲਾਣਾ ਕਰ ਚੁੱਕੇ ਆ, ਔਰ ਇਹ ਜਿਹੜੇ ਜਥੇਦਾਰ ਸੀਗੇ ਉਹ ਤਨਖਾਹੀਆ ਕਰਾਰ ਦਿੱਤੇ ਜਾ ਚੁੱਕੇ ਨੇ। ਇਹਨਾਂ ਹਾਲਾਤਾਂ ਦੇ ਵਿੱਚ ਉੱਥੋਂ ਦੀ ਮੈਨੇਜਮੈਂਟ, ਉੱਥੋਂ ਦਾ ਪ੍ਰਬੰਧ ਸੁਚਾਰੂ ਢੰਗ ਦੇ ਨਾਲ ਕਿੱਦਾਂ ਚੱਲ ਸਕੇ, ਕੌਣ ਯੋਗ ਹੋ ਸਕਦਾ ਹੈ? ਕੀ ਪੰਜਾਬ ਤੋਂ ਕਿਸੇ ਨੂੰ ਉੱਥੇ ਭੇਜਿਆ ਜਾਵੇ ਜਾਂ ਬਿਹਾਰ ਦਾ ਹੀ ਕੋਈ ਸਿੰਘ ਹੋਵੇ? ਸੋ ਇਹ ਸਾਰੀਆਂ ਗੱਲਾਂ ਵਿਚਾਰ ਅਧੀਨ ਨੇ। ਪਹਿਲਾਂ ਤਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਤੁਸੀਂ ਤਾਂ ਆਪਣੇ ਵੱਲੋਂ ਸੋਚ ਕੇ ਵੀ ਮੈਂ ਸੇਵਾ ਕਰ ਰਿਹਾ ਤਖਤ ਸਾਹਿਬ ਦੇ ਉੱਪਰ ਤੁਸੀਂ ਸੇਵਾ ਕੀਤੀ, ਪਰ ਤੁਹਾਡੀ ਸੇਵਾ ਨੂੰ ਉਹਨਾਂ ਨੇ ਇਸ ਰੂਪ ਦੇ ਵਿੱਚ ਲਿਆ। ਥੋੜ੍ਹਾ ਜਿਹਾ ਮੈਂ ਚਾਹੁੰਦਾ ਕਿ ਆਪਣੀ ਜ਼ੁਬਾਨੀ ਵੀ ਤੁਸੀਂ ਥੋੜ੍ਹਾ ਜਿਹਾ ਦੱਸ ਦਿਓ। ਦੇਖੋ ਮਸਲਾ ਹੈਗਾ ਸੇਵਾ, ਨਾ ਤੇ ਕੋਈ ਮੈਂ ਸੇਵਾ ਕਰਨ ਯੋਗ ਹਾਂ ਤੇ ਨਾ ਹੀ ਕੋਈ ਸੇਵਾ ਕੀਤੀ। ਇਹ ਤਾਂ ਜੋ ਕੁਝ ਵੀ ਕੀਤਾ ਗੁਰੂ ਰਾਮਦਾਸ ਪਾਤਸ਼ਾਹ ਨੇ ਕੀਤਾ ਤੇ ਗੁਰੂ ਰਾਮਦਾਸ ਪਾਤਸ਼ਾਹ ਹੀ ਜਾਣੇ। ਇਹ ਸਭ ਉਹਦੀਆਂ ਖੇਡਾਂ ਨੇ। ਇਨਸਾਨ ਦੇ ਵੱਸ ਹੋਵੇ ਤੇ ਇਨਸਾਨ ਕਦੀ ਕੁਝ ਕਰ ਹੀ ਨਹੀਂ ਸਕਦਾ। ਜੋ ਵੀ ਚੀਜ਼ਾਂ ਨੇ ਇਹ ਮਾਲਕ ਦੇ ਹੱਥ ਨੇ।
ਫਿਰ ਪਿਛਲੇ ਸਮੇਂ ਦਰਮਿਆਨ ਜੋ ਕੁਝ ਵੀ ਆ ਹਰ ਸਿੱਖ ਨੂੰ ਕੱਲੇ ਨੂੰ ਪਤਾ ਲੱਗ ਚੁੱਕਾ ਹੋਇਆ ਕਿ ਜਿਹੜੇ ਸਾਡੇ ਉੱਥੇ ਗਿਆਨੀ ਰਣਜੀਤ ਸਿੰਘ ਸੀ ਉਹਨਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਹੈਗਾ। ਤੇ ਉਹ ਜਿਹੜੀ ਚੀਜ਼ ਆ ਉਹ ਤਾਂ ਜਿਹੜੀ ਹੋ ਚੁੱਕੀ ਆ, ਸਪਸ਼ਟ ਹੋ ਚੁੱਕੀ ਆ। ਔਰ ਪੰਜ ਪਿਆਰਿਆਂ ਦਾ ਜਿਹੜਾ ਫੈਸਲਾ ਬੜੀ ਲੰਬੀ ਸੋਚ ਵਿਚਾਰ ਔਰ ਕੱਲੇ ਪ੍ਰੂਫ ਰਿਕਾਰਡਿੰਗਾਂ ਦੇਖ ਕੇ ਫਿਰ ਉਹਨਾਂ ਕੀਤਾ ਹੈਗਾ। ਔਰ ਬਹੁਤ ਹੀ ਵਧੀਆ। ਔਰ ਇਹਦੇ ਵਿੱਚ ਜਿੰਨੀ ਵੀ ਉੱਥੋਂ ਦੀ ਸਿੱਖ ਸੰਗਤ ਹੈ ਜਾਂ ਤੁਸੀਂ ਦੇਸ਼ ਵਿਦੇਸ਼ ਜਿੱਥੋਂ ਦੀ ਵੀ ਸਿੱਖ ਸੰਗਤ ਵੇਖਦੇ ਹੋ ਉਹ ਪੂਰੀ ਤਰ੍ਹਾਂ ਸੰਤੁਸ਼ਟ ਹੈ। ਤੁਸੀਂ ਜਿੰਨੇ ਵੀ ਕਮੈਂਟਸ ਪੜ੍ਹ ਲਓ ਜਾਂ ਬਾਕੀ ਦੇਖ ਲਓ ਤੇ ਉਹ ਸਿੱਖ ਸੰਗਤ ਇਸ ਚੀਜ਼ ਦਾ ਬਹੁਤ ਜ਼ਿਆਦਾ ਕਰ ਰਹੀ ਹੈ ਕਿ ਵਾਕਿਆ ਹੀ ਜੋ ਉੱਥੋਂ ਦੇ ਪੰਜ ਪਿਆਰਿਆਂ ਨੇ ਫੈਸਲਾ ਲਿਆ ਉਹ ਵਾਕਿਆ ਸ਼ਲਾਘਾਯੋਗ ਹੈ। ਡਾਕਟਰ ਸਾਹਿਬ ਮੈਨੂੰ ਲੱਗਦਾ ਕਦੀ ਤਾਂ ਮਨ 'ਚ ਜ਼ਰੂਰ ਹੁਣ ਖਿਆਲ ਆਉਂਦਾ ਹੋਊਗਾ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ, ਪਰ ਜੇ ਉਹ ਇਹ ਸਾਰਾ ਕੰਮ ਕਰਦੇ ਹੁੰਦੇ, ਕਿਉਂਕਿ ਉਹ ਵੀ ਗੋਲਕ ਹੈਗੀ ਆ, ਤਖਤ ਆ ਜਾਂ ਗੁਰੂ ਘਰ ਆਪਾਂ ਸੇਵਾ ਕਰਦੇ, ਜੇ ਉੱਥੋਂ ਦੀ ਮੈਨੇਜਮੈਂਟ ਜਿਹੜੀ ਹੈਗੀ ਆ ਪ੍ਰਬੰਧਕ ਕਮੇਟੀ ਜੇ ਤਾਂ ਉਹ ਗਰੀਬਾਂ ਦੇ ਮੂੰਹ ਦੇ ਵਿੱਚ ਪਾਵੇ, ਸਾਂਭ ਸੰਭਾਲ ਕਰੇ, ਫੇਰ ਤਾਂ ਹੈਗਾ ਠੀਕ। ਪਰ ਜਦੋਂ ਉੱਥੇ ਹੀ ਦੁਰਵਰਤੋਂ ਹੋਣ ਲੱਗ ਪਵੇ ਤਾਂ ਮੈਨੂੰ ਲੱਗਦਾ ਕਿ ਜ਼ਰੂਰ ਮਨ 'ਚ ਖਿਆਲ ਆਉਂਦਾ ਹੋਊਗਾ ਵੀ ਇਹਦੇ ਨਾਲ ਤਾਂ ਮੈਂ ਸਿੱਧੀ ਸੇਵਾ ਕਰ ਲਈ ਹੁੰਦੀ ਹੈ ਨਾ ਜੀ ਕਿਤੇ। ਦੇਖੋ ਨਾ, ਇੱਕ ਹਰ ਯੁੱਗ ਦੀ ਕਮਜ਼ੋਰੀ ਹੁੰਦੀ ਹੈ ਜੀ। ਜਿਹੜਾ ਸਾਡਾ ਯੁੱਗ ਹੁਣ ਕਲਯੁੱਗ ਚੱਲ ਰਿਹਾ ਨਾ, ਕਲਯੁੱਗ ਦੀ ਜਿਹੜੀ ਕਮਜ਼ੋਰੀ ਆ ਨਾ, ਲੱਭ ਪਾਪ ਦੋਏ ਰਾਜਾ ਮਹਿਤਾ, ਇਹ ਲੋਭ ਜਿਹੜਾ ਹੈਗਾ ਤੇ ਜਿਹੜਾ ਪਾਪ ਹੈ ਇੱਕ ਰਾਜਾ ਇੱਕ ਵਜ਼ੀਰ ਹੈ ਜੀ। ਤੇ ਪਾਪਾਂ ਬਾਝੋਂ ਹੋਏ ਨਾਈ ਮੋਇਆ ਸੰਗ ਨਾ ਜਾਈ ਜੀ। ਇਹ ਪੈਸੇ ਦੇ ਦੋਨੇ ਜਦੋਂ ਕਲਯੁੱਗ ਦੀਆਂ ਕਮਜ਼ੋਰੀਆਂ ਨੇ ਤੇ ਲੋਭ ਦੀ ਪ੍ਰਾਪਤੀ ਵਾਸਤੇ ਇਨਸਾਨ ਕਿਸੇ ਵੀ ਥਾਂ ਤੱਕ ਪਹੁੰਚ ਜਾਂਦਾ ਹੈ ਜੀ। ਤੇ ਉਹ ਪਾਪ ਤੋਂ ਬਗੈਰ ਇਕੱਠੀ ਹੋਣੀ ਹੀ ਨਹੀਂ ਆ, ਉਹਨੇ ਕੁਛ ਨਾ ਕੁਛ ਕਰਨਾ ਹੀ ਪੈਣਾ। ਇਹ ਯੁੱਗ ਦੀ ਕਮਜ਼ੋਰੀ ਆ। ਜਿੱਦਾਂ ਤ੍ਰੇਤਾ ਯੁੱਗ ਸੀਗਾ ਤੇ ਤ੍ਰੇਤੇ ਯੁੱਗ ਦੀ ਕਮਜ਼ੋਰੀ ਸੀ, ਠੀਕ ਹੈ, ਉਸ ਕਮਜ਼ੋਰੀ ਕੀ ਜਵਾਨੀ ਦੇ ਵਿੱਚ ਸੋਚ ਸੀਗੀ ਤੇ ਕਮਜ਼ੋਰੀ ਸੀ। ਤੇ ਉਸ ਵੇਲੇ ਇੱਥੋਂ ਤੱਕ ਇਹ ਕਮਜ਼ੋਰੀ ਗਈ ਕਿ ਜਿਹੜੇ ਸਾਡੇ ਧਰਮ ਮੰਦਰ ਸੀ, ਧਰਮ ਮੰਦਰਾਂ ਦੇ ਵਿੱਚ ਲੋਕੀ ਆਪਣੀਆਂ ਬੱਚੀਆਂ ਨੂੰ ਜਿਹੜੇ ਸੀ ਉਹ ਚੜਾਉਣ ਲੱਗ ਪਏ ਸੀ। ਮੰਦਰਾਂ ਦੇ ਵਿੱਚ ਮੀਟ ਸ਼ਰਾਬਾਂ ਉਹ ਚੱਲਣੇ ਸ਼ੁਰੂ ਹੋ ਗਏ ਸੀਗੇ। ਔਰ ਅਖੀਰ ਜਦੋਂ ਉਹ ਸਮਾਂ ਨਿਕਲਿਆ ਤੇ ਫਿਰ ਕਲਯੁੱਗ ਆ ਗਿਆ। ਕਲਯੁੱਗ ਦਾ ਯੁੱਗ ਬਦਲਣ ਦਾ ਮਤਲਬ ਇਹ ਨਹੀਂ ਕਿ ਤਾਰੇ ਸਿਆਰੇ ਗ੍ਰਹਿ ਨਛੱਤਰ ਬਦਲ ਜਾਂਦੇ ਨੇ। ਯੁੱਗ ਦਾ ਮਤਲਬ ਕਿ ਬਹੁਤ ਗਿਣਤੀ ਲੋਕਾਂ ਦੀ ਸੋਚ ਵਿੱਚ ਤਬਦੀਲੀ ਆ ਜਾਣੀ। ਇਸੇ ਤਰ੍ਹਾਂ ਕਲਯੁੱਗ ਦੀ ਕਮਜ਼ੋਰੀ ਲੱਭ ਪਤੇ ਪਾਪ ਹੈ, ਲੱਭ ਪਾਪ ਦੋਏ ਰਾਜਾ ਮਹਿਤਾ ਇੱਕ, ਠੀਕ ਹੈ। ਇਹ ਜਿਹੜੇ ਹੈਗੇ ਨੇ ਇਹ ਰਾਜਾ ਤੇ ਵਜ਼ੀਰ ਨੇ, ਠੀਕ ਹੈ। ਉਹ ਵੀ ਜਿਸ ਤਰ੍ਹਾਂ ਸਾਡੇ ਧਰਮ ਮੰਦਰਾਂ ਦੇ ਵਿੱਚ ਪ੍ਰਵੇਸ਼ ਕਰ ਗਈ ਸੀ ਤ੍ਰੇਤਾ ਯੁੱਗ ਦੇ ਵਿੱਚ ਵੀ ਲੜਕੀਆਂ ਮੰਦਰਾਂ ਚੜਾਉਣੀਆਂ ਤੇ ਮੰਦਰਾਂ ਦੇ ਵਿੱਚ ਉਹ ਕੋਈ ਬੱਚੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਮੰਦਰ ਥੋੜ੍ਹੀ ਕਿਹਾ ਜਾ ਸਕਦਾ ਹੈਗਾ, ਠੀਕ ਹੈ। ਉੱਥੇ ਹਾਂ ਉਹ ਤਾਂ ਉਹਨਾਂ ਨੂੰ ਵੇਸਵਾ ਬਣਾਇਆ ਜਾ ਰਿਹਾ ਸੀਗਾ। ਇਸੇ ਤਰ੍ਹਾਂ ਹੀ ਸਾਡੀ ਇਸ ਯੁੱਗ ਦੀ ਕਮਜ਼ੋਰੀ ਹੈ ਤੇ ਇਹ ਕਮਜ਼ੋਰੀ ਸਾਡੇ ਹੁਣ ਗੁਰੂ ਘਰਾਂ ਦੇ ਵਿੱਚ ਵੀ ਵੜ ਗਈ ਹੈ। ਇਹ ਯੁੱਗਾਂ ਦੀਆਂ ਕਮਜ਼ੋਰੀਆਂ ਹੁੰਦੀਆਂ ਨੇ, ਇਹ ਤੇ ਗੁਰੂ ਨਾਨਕ ਪਾਤਸ਼ਾਹ ਹੀ ਬਖਸ਼ਿਸ਼ ਕਰੇ ਤੇ ਕਮਜ਼ੋਰੀਆਂ ਤੋਂ ਰੋਕਿਆ ਜਾ ਸਕਦਾ। ਅਦਰਵਾਈਜ਼ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਪ੍ਰਵੇਸ਼ ਕਰਦੀਆਂ, ਗੁਰੂ ਘਰਾਂ ਵਿੱਚ ਪ੍ਰਵੇਸ਼ ਕਰ ਗਈਆਂ, ਥਾਂ ਪ੍ਰਵੇਸ਼ ਕਰ ਗਈਆਂ। ਧਰਮ ਮੰਦਰਾਂ ਦੇ ਵਿੱਚ ਜਿੱਥੋਂ ਅਸੀਂ ਸਾਰਾ ਕੁਝ ਲੈਣਾ, ਗੁਰੂ ਪਾਤਸ਼ਾਹ ਦੇ ਅਨੁਸਾਰ ਹੀ ਚੱਲਣਾ ਹੁੰਦਾ, ਉੱਥੇ ਤੱਕ ਇਹ ਪ੍ਰਵੇਸ਼ ਕਰ ਗਈਆਂ ਹੋਈਆਂ। ਮਾਲਕ ਬਖਸ਼ਿਸ਼ ਰੱਖੇ ਤਾਂ ਉਹ ਇਸ ਤੋਂ ਬਚ ਸਕਦਾ ਹੈ, ਵਰਨਾ ਅੱਜ ਕੱਲ੍ਹ ਦੇ ਸਮੇਂ 'ਚ ਕੋਈ ਵੀ ਉਸ ਤੋਂ ਬਚ ਨਹੀਂ ਸਕਦਾ ਹੈਗਾ, ਠੀਕ ਹੈ। ਜਿਹੜੀ ਉਹ ਯੁੱਗ ਦੀ ਕਮਜ਼ੋਰੀ ਹੈ। ਆਪਾਂ ਜਦੋਂ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦੇ ਬਾਰੇ ਵੀ ਮੈਨੂੰ ਲੱਗਦਾ ਉਹ ਵੀ ਇਹ ਗੱਲ ਸਮਝਾਉਂਦੇ ਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਪਹਿਲਾਂ ਹਾਲਾਤ ਕਿੱਦਾਂ ਦੇ ਬਣ ਗਏ ਸੀਗੇ ਨਾ ਜੀ, ਵੀ ਧੁੰਦ ਇੱਦਾਂ ਦੀ ਸੀਗੀ ਵੀ ਮਿੱਟੀ ਧੁੰਦ ਜੱਗ ਚਾਨਣ ਹੋਇਆ। ਬਾਅਦ ਦੇ ਵਿੱਚ ਜਦੋਂ ਗੁਰੂ ਸਾਹਿਬ ਜੀ, ਹਾਂ, ਪਰ ਮੈਨੂੰ ਲੱਗਦਾ ਕਿ ਇੱਕ ਦੇਖੋ ਕਿੱਡੀ ਵੱਡੀ ਤਰਾਸਦੀ ਹੈ ਵੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ 239 ਸਾਲ ਦਾ ਸਮਾਂ ਲੱਗਦਾ ਹੈਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਇੱਦਾਂ ਦੇ ਖਾਲਸੇ ਦੀ ਘਾਟ ਘੜਦੇ ਆ, ਹੈ ਨਾ ਜੀ। ਸੋ ਉਹਦੇ ਵਿੱਚ ਜਦੋਂ ਇੱਦਾਂ ਦੇ ਗਿਰਾਵਟ ਆਉਣ ਲੱਗ ਪੈਣ ਤਾਂ ਫਿਰ ਮੈਨੂੰ ਲੱਗਦਾ ਕਿ ਇਹਨੂੰ ਤਾਂ ਆਪਣਾ ਕਿੱਡੀ ਵੱਡੀ ਤਰਾਸਦੀ ਕਿਹਾ ਜਾ। ਹਰ ਸਿੱਖ ਨੂੰ ਜਿਹੜਾ ਹੈ ਇਸ ਬਾਰੇ ਦੁੱਖ ਹੈ, ਚਾਹੇ ਉਹ ਸਿਮਰਨ ਕਿੰਨਾ ਕਰ ਰਿਹਾ ਹੋਵੇ, ਸਿਮਰਨ ਘੱਟ ਹੋਵੇ, ਅਨੁਭਵੀ ਹੋਵੇ ਨਾ ਹੋਵੇ, ਲੇਕਿਨ ਹਰ ਜੋ ਸਿੱਖ ਹੈ ਨਾ, ਜੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ, ਜੋ ਗੁਰੂ ਗੋਬਿੰਦ ਸਿੰਘ ਨੂੰ ਮੰਨਦਾ ਹੈ, ਉਹਦੇ ਹਿਰਦਿਆਂ ਨੂੰ ਠੇਸ ਤਾਂ ਪਹੁੰਚੀ ਹੈ ਜੀ, ਬਿਲਕੁਲ। ਔਰ ਇਹ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਠੇਸ ਨਹੀਂ ਪਹੁੰਚੀ, ਔਰ ਬੜੇ ਨਾਜ਼ੁਕ ਹਾਲਾਤ ਵੀ ਇਹਦੇ ਵਿੱਚ ਬਣੇ। ਔਰ ਜਿਹੜੀ ਹੁਣ ਪ੍ਰਧਾਨ ਸਾਹਿਬ ਦੀ ਗੱਲ ਹੈ ਕਿ ਜਿਹੜੇ ਸਾਡੇ ਅਵਤਾਰ ਸਿੰਘ ਹਿੱਸੀ, ਪਹਿਲਾਂ ਸਾਨੂੰ ਬਹੁਤ ਵੱਡਾ ਦੁੱਖ ਹੈ ਕਿ ਘਾਟ ਹੈ ਵੀ ਇੱਕ ਧੜੱਲੇਦਾਰ ਆਦਮੀ ਜਿਹੜਾ ਸੀ ਉਹ ਸਾਡੇ ਕੋਲੋਂ ਚਲਾ ਗਿਆ। ਜਿਸ ਤਰ੍ਹਾਂ ਮਾਲਕ ਨੇ ਸਵਾਸ ਲਿਖੇ ਸੀ ਉੱਦਾਂ ਹੀ ਹੋਣੇ ਆ। ਉਹ ਤਾਂ ਐਵੇਂ ਗੱਲਾਂ ਸਾਡੀਆਂ ਹੁੰਦੀਆਂ ਵੀ ਇੱਦਾਂ ਨਹੀਂ ਹੁੰਦਾ, ਇੱਦਾਂ ਹੁੰਦਾ। ਇਹ ਤਾਂ ਮਾਲਕ ਨੇ ਸਮਾਂ, ਜਗ੍ਹਾ, ਸਾਰਾ ਕੁਝ ਤੈਅ ਕੀਤਾ ਹੋਇਆ। ਉਸ ਤੋਂ ਬਾਅਦ
ਸਾਡੇ ਜਗਜੋਤ ਸਿੰਘ ਸੋਹੀ ਨੇ ਜਿਹੜੇ ਉੱਥੋਂ ਦੇ ਕਾਰਜਕਾਰੀ ਪ੍ਰਧਾਨ ਬਣਾਏ ਗਏ ਨੇ ਔਰ ਬਹੁਤ ਹੀ ਮੈਂ ਆਪਣੇ ਦਿਲੋਂ ਦੀਆਂ ਗੱਲਾਂ ਤੋਂ ਇਹ ਕਹਿ ਸਕਦਾ ਹੈਗਾ ਕਿ ਇੱਕ ਸਭ ਤੋਂ ਨੇਕ ਆਦਮੀ ਨੇ, ਬਹੁਤ ਨੇਕ, ਠੀਕ ਹੈ। ਔਰ ਕਿੰਨੇ ਕੁ ਨੇਕ ਆਪਾਂ ਕਹਿ ਸਕਦੇ ਹਾਂ, ਜੋ ਵੀ ਆਪਾਂ ਮੂੰਹ ਚੋਂ ਕਹਿ ਲਈਏ ਉਹ ਥੋੜਾ ਹੈਗਾ। ਦੂਸਰਾ, ਸਾਡੇ ਜਿਹੜੇ ਬਿਹਾਰ ਦੇ ਸਿੱਖ ਨੇ ਉਹ ਚਾਹੁੰਦੇ ਵੀ ਸੀ ਕਿ ਜਿਹੜਾ ਇੱਥੋਂ ਦਾ ਪ੍ਰਧਾਨ ਹੋਵੇ ਉਹ ਬਿਹਾਰ ਦਾ ਹੀ ਸਿੱਖ ਹੋਵੇ। ਇਹ ਵੀ ਮਾਲਕ ਨੇ ਸੁਣੀ, ਪੁਕਾਰ ਅਰਦਾਸ ਸੁਣੀ ਔਰ ਜਿਹੜਾ ਪ੍ਰਧਾਨ ਹੈ, ਹੁਣ ਕਾਰਜਕਾਰੀ ਪ੍ਰਧਾਨ ਕਹਿ ਲਓ, ਜਗਜੋਤ ਸਿੰਘ ਸੋਹੀ ਜੀ ਨੇ, ਉਹਨਾਂ ਨੂੰ ਬਿਹਾਰ ਦੇ ਹੀ ਸਿੱਖ ਨੇ ਔਰ ਬੜੇ ਅਮੀਰ ਰੱਜੇ ਹੋਏ ਨੇ, ਠੀਕ ਹੈ। ਔਰ ਉਹਨਾਂ 'ਚ ਨਿਮਰਤਾ ਬੜੀ ਹੈ, ਨਿਮਰਤਾ ਬੜੀ ਹੈ, ਸਹਿਣਸ਼ੀਲਤਾ ਬੜੀ ਹੈਗੀ ਹੈ, ਅਤੇ ਇਸ ਅਹੁਦੇ ਵਾਲੇ ਦੇ ਵਿੱਚ ਬਹੁਤ ਹੋਣੀ ਜ਼ਰੂਰੀ ਵੀ ਹੁੰਦੀ ਹੈ। ਔਰ ਉਹ ਮਾਲਕ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ ਔਰ ਵਾਕਿਆ ਹੀ ਸ਼ਲਾਘਾਯੋਗ ਫੈਸਲਾ ਕਮੇਟੀ ਦਾ ਇਹ ਹੈ ਕਿ ਜਗਜੋਤ ਸਿੰਘ ਸੋਹੀ ਹੋਣਾ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ। ਅਤੇ ਅਸੀਂ ਤਾਂ ਕਹਾਂਗੇ ਕਿ ਹੁਣ ਪੱਕੇ ਤੌਰ 'ਤੇ ਸੋਹੀ ਸਾਹਿਬ ਹੀ ਪ੍ਰਧਾਨ ਆ, ਸਮਝੋ, ਹੋਰ ਕੁਛ ਨਹੀਂ ਇੱਥੇ ਹੋ ਸਕਦਾ। ਇਹਦੋਂ ਸਿਆਣੇ ਆਦਮੀ, ਸੁਲਝੇ ਹੋਏ ਵਿਅਕਤੀ ਸਾਨੂੰ ਨਹੀਂ ਮਿਲ ਸਕਦੇ ਹੈਗੇ ਔਰ ਬਿਹਾਰ ਦੇ ਹੀ ਉਹ ਸਿੱਖ ਹੈਗੇ ਨੇ। ਡਾਕਟਰ ਸਾਹਿਬ, ਜਿਹੜੀ ਉੱਥੋਂ ਦੀ ਮੈਨੇਜਮੈਂਟ ਕਮੇਟੀ ਹੈਗੀ ਆ, ਤੁਸੀਂ ਸੰਪਰਕ 'ਚ ਹੀ ਰਹਿੰਦੇ ਹੋ ਉਹਨਾਂ ਦੇ, ਹੈ ਨਾ ਜੀ, ਤੁਸੀਂ ਉੱਥੋਂ ਦੇ ਸਾਰੇ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ। ਉੱਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਦੇ ਕੰਮਕਾਰ ਕਰਨ ਦੇ ਤੌਰ ਤਰੀਕੇ, ਉਹ ਸਾਰਿਆਂ ਤੋਂ ਤੁਸੀਂ ਭਲੀ ਭਾਂਤ ਜਾਣੂ ਹੋ, ਠੀਕ ਲੱਗਦੇ ਨੇ ਉਹ? ਨਹੀਂ, ਦੇਖੋ, ਸਾਰਾ ਕੁਛ ਹੀ ਠੀਕ ਹੈ, ਕਿਉਂਕਿ ਸੈਕੰਡਲੀ ਸਾਡੇ ਜਿਹੜੇ ਉੱਥੇ ਜਨਰਲ ਸੈਕਟਰੀ ਨੇ ਨਾ, ਉਹ ਸੱਚ ਕਰਕੇ ਜਾਣਿਓ ਇੰਦਰਜੀਤ ਸਿੰਘ, ਉਹ ਇੱਕ ਇਹੋ ਜਿਹੀ ਰੂਹ ਹੈ ਕਿ ਉਹ ਭੋਲੇ ਆਦਮੀ ਨੇ, ਜਿਹਨੂੰ ਭੋਲੇ ਭੋਲੇ ਕਹਿੰਦੇ ਵੀ ਜੋ ਅੰਦਰ ਹੈਗਾ ਉਹੀ ਬਾਹਰ, ਵਲ ਫਰੇਬ ਨਹੀਂ ਹੈਗਾ, ਠੀਕ ਹੈ। ਔਰ ਰੱਬ ਦਾ ਸਿਮਰਨ ਕਰਨ ਵਾਲੇ ਨੇ, ਕਦੀ ਤੁਹਾਨੂੰ ਅੰਮ੍ਰਿਤ ਵੇਲੇ ਉਹ ਨਹੀਂ ਮਿਲਦੇ ਹੈਗੇ ਕਿ ਸੁੱਤੇ ਪਏ ਹੋਣਗੇ। ਪਰਮਾਤਮਾ ਦਾ ਸਿਮਰਨ ਕਰਨ ਵਾਲੇ ਨੇ। ਜਿਹੜਾ ਪਰਮਾਤਮਾ ਦਾ ਸਿਮਰਨ ਕਰਨ ਵਾਲਾ, ਉਹਦੇ ਹਿਰਦੇ 'ਚ ਡਰ ਜ਼ਰੂਰ ਹੁੰਦਾ। ਉਹ ਪਰਮਾਤਮਾ ਦਾ ਇੱਕ ਪਵਿੱਤਰ ਭੈ ਹੁੰਦਾ ਔਰ ਪਵਿੱਤਰ ਭੈ ਜਿਹੜਾ ਹੈਗਾ ਉਹਦੇ ਹਿਰਦੇ ਦੇ ਵਿੱਚ ਹੁੰਦਾ ਹੈਗਾ। ਔਰ ਬਹੁਤ ਹੀ ਵਧੀਆ ਸੁਲਝੇ ਹੋਏ ਆਦਮੀ। ਮੇਨ ਦੋ ਹੀ ਚੀਜ਼ਾਂ ਹੁੰਦੀਆਂ ਨੇ ਪਾਵਰਾਂ, ਇੱਕ ਜਨਰਲ ਸੈਕਟਰੀ ਔਰ ਇੱਕ ਪ੍ਰਧਾਨ। ਪ੍ਰਧਾਨ ਨਾਲੋਂ ਵੀ ਵੱਧ ਜ਼ਿੰਮੇਵਾਰੀਆਂ ਜਨਰਲ ਸੈਕਟਰੀ ਦੇ ਉੱਤੇ ਹੁੰਦੀਆਂ ਨੇ ਔਰ ਜਨਰਲ ਸੈਕਟਰੀ ਦੀ ਵੀ ਜਿੰਨੀ ਵੀ ਆਪਾਂ ਸ਼ਲਾਘਾ ਕਰ ਲਈਏ ਤੇ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ, ਉਸ ਤੋਂ ਵੱਧ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆ, ਉਹ ਵੀ ਬਿਹਾਰ ਦੇ ਰਹਿਣ ਵਾਲੇ ਨੇ। ਔਰ ਇੱਕ ਸਵਾਲ ਹੋਰ ਹੈਗਾ, ਜਦੋਂ ਅਵਤਾਰ ਸਿੰਘ ਹਿੱਤ ਜੀ ਵੀ ਉੱਥੇ ਸੀਗੇ, ਚਲੋ ਹੈ ਨਾ, ਵਾਹਿਗੁਰੂ ਨੇ ਚਲੋ ਜਿੰਨੇ ਸਵਾਸ ਬਖਸ਼ੇ ਸੀਗੇ ਤੇ ਉਹ ਚਲੇ ਗਏ। ਰਣਜੀਤ ਸਿੰਘ ਗੌਹਰ ਉਹਨਾਂ ਦਾ ਤਾਂ ਕਰੈਕਟਰ ਚਲੋ ਹੁਣ ਸਾਹਮਣੇ ਆ ਗਿਆ, ਹੈ ਨਾ ਜੀ। ਉਸ ਤੋਂ ਇਲਾਵਾ ਹੋਰ ਪ੍ਰਬੰਧਕ ਕਮੇਟੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੈਗੇ ਹੋ, ਹੁਣ ਉਹਨਾਂ ਦੀ ਹਾਜ਼ਰੀ ਦੇ ਵਿੱਚ ਤੁਸੀਂ ਦੇਖੋ, ਆ ਪਿੱਛੇ ਜਾਏ ਆ ਹੁਣ ਵੀ ਉੱਥੇ ਸਿੰਘ ਗਏ ਹੋਏ ਆ, ਉੱਥੇ ਆਸੇ-ਪਾਸੇ ਬਹੁਤ ਸਾਰੇ ਬੱਠ ਇੱਦਾਂ ਦੇ ਹੈਗੇ ਨੇ, ਬਹੁਤ ਸਾਰੀਆਂ ਥਾਵਾਂ ਇੱਦਾਂ ਦੀਆਂ ਹੈਗੇ ਨੇ। ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ, ਹੱਥ ਲਿਖਤ ਪੁਰਾਤਨ ਜਿਹੜਾ ਸਾਡੇ, ਉਹ ਉੱਥੇ ਇੱਕ ਤਰ੍ਹਾਂ ਮੈਂ ਹੁਣ ਲਫ਼ਜ਼ ਕੀ ਬੋਲਾਂ ਵੀ ਰੁਲਦੇ ਪਏ ਹੈਗੇ ਆ। ਇੱਕ ਪਿੱਛੇ ਇੱਕ ਮਹੰਤ ਦੀ ਵੀਡੀਓ ਵਾਇਰਲ ਹੋ ਰਹੀ ਸੀਗੀ, ਬੋਰੇ ਦੇ ਵਿੱਚ ਗੁਰੂ ਸਾਹਿਬ ਜੀ ਦਾ ਸਰੂਪ ਆ ਕੇ ਤੇ ਉਹ ਘੁੰਮ ਰਿਹਾ ਸੀਗਾ, ਪੈਰਾਂ ਦੇ ਵਿੱਚ ਰੱਖਦਾ ਸੀ ਸਾਰਾ ਕੁਝ। ਉਸ ਤੋਂ ਬਾਅਦ ਪੰਜਾਬ ਤੋਂ ਚੱਲ ਕੇ ਉੱਥੇ ਸਿੰਘਾਂ ਨੂੰ ਜਾਣਾ ਪਿਆ, ਉਹਨਾਂ ਦੇ ਉੱਪਰ ਮੁਕੱਦਮਾ ਵੀ ਦਰਜ ਹੋਇਆ। ਪਿੱਛੇ ਜੇ ਤੁਹਾਡੇ ਕੋਲ ਆਏ ਵੀ ਸੀ, ਤੁਸੀਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਸੀਗਾ, ਚਲੋ ਹੈ ਨਾ ਜੀ। ਉਸ ਤੋਂ ਬਾਅਦ ਉਹ ਸਿੰਘ ਹੁਣ ਦੁਬਾਰਾ ਫੇਰ ਉੱਥੇ ਗਏ ਹੋਏ ਆ। ਪਾਵਨ ਸਰੂਪ ਉੱਥੇ ਬਹੁਤ ਜ਼ਿਆਦਾ ਮਾੜੇ ਹਾਲਾਤਾਂ ਵਿੱਚ ਹੈਗੇ ਨੇ। ਪਰ ਡਾਕਟਰ ਸਾਹਿਬ, ਗੱਲ ਇਹ ਆ ਵੀ ਜੇ ਮੈਨੇਜਮੈਂਟ ਕਮੇਟੀ ਆਪਾਂ ਕਿੱਦਾਂ ਕਹਿ ਸਕੀਏ ਵੀ ਉਹ ਠੀਕ ਹੈ, ਸਰੂਪਾਂ ਦੀ ਤਾਂ ਸਾਂਭ ਨਹੀਂ ਕਰ ਪਾ ਰਹੇ ਹੋ। ਗੱਲ ਇਹ ਹੈਗੀ ਹੈ ਮੈਨੇਜਮੈਂਟ ਕਮੇਟੀ ਤੱਕ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ, ਉਹ ਮੈਂ ਕਿਹਾ ਜੀ, ਮੈਂ ਬਿਨਾਂ ਗੱਲ ਕੀਤੇ ਤੁਹਾਨੂੰ ਇੰਨੇ ਵਿਸ਼ਵਾਸ ਨਾਲ ਕਹਿ ਸਕਦਾ ਵੀ ਜਿਹੜੇ ਵੀ ਸਾਡੇ ਸਤਿਕਾਰ ਕਮੇਟੀ ਵਾਲੇ ਨੇ, ਉਹ ਪ੍ਰਧਾਨ ਸਾਹਿਬ ਜਿਹੜੇ ਸਾਡੇ ਜਗਜੋਤ ਸਿੰਘ ਸੋਹੀ, ਉਹਨਾਂ ਨੂੰ ਮਿਲ ਲੈਣ। ਜਨਰਲ ਸੈਕਟਰੀ ਦੇ ਅੰਦਰ ਇੰਨੀ ਪਾਤਸ਼ਾਹ ਪ੍ਰਤੀ ਭਾਵਨਾ ਹੈਗੀ ਹੈ, ਉਹਨਾਂ ਨੂੰ ਮਿਲ ਲੈਣ। ਉਹ ਜਿੰਨੀ ਵੀ ਮਦਦ ਹੋ ਸਕਦੀ ਹੈ, ਜਿੰਨੀ ਵੀ ਕਰਨਯੋਗ ਉਹ ਕਰਨਗੇ। ਹੁਣ ਨੋਟਿਸ ਵਿੱਚ ਆਏਗਾ ਤੇ ਮੈਂ ਗੱਲ ਇਹ ਦਾਅਵੇ ਨਾਲ ਕਹਿ ਦੇਣਾ ਕਿ ਕਰਨਗੇ। ਪਰ ਉਹਦੇ ਵਿੱਚ ਇੱਕ ਸਵਾਲ ਜ਼ਰੂਰ ਪੈਦਾ ਹੁੰਦਾ, ਕਿਉਂਕਿ ਸਾਰੇ ਇੱਦਾਂ ਚਾਹੁੰਦੇ ਹੈਗੇ ਆ ਜਾਂ ਸਾਰਿਆਂ ਨੂੰ ਪਤਾ ਹੈਗਾ ਕਿ ਪੰਜਾਬ ਤੋਂ ਸਿੰਘਾਂ ਨੂੰ ਉੱਥੇ ਜਾਣਾ ਪੈ ਗਿਆ ਚੱਲ ਕੇ 1550-80 ਕਿਲੋਮੀਟਰ ਮੇਰੇ ਖਿਆਲ ਬਣਦੇ ਆ ਨਾ ਜੀ। ਉਹਨਾਂ ਨੂੰ ਲਾਗੇ ਬੈਠਿਆਂ ਨੂੰ ਨਹੀਂ ਦਿਸਦਾ ਪਿਆ ਵੀ ਉੱਥੇ ਹੋ ਕੀ ਰਿਹਾ। ਦੇਖੋ ਡਾਕਟਰ ਸਾਹਿਬ, 2200 ਏਕੜ ਜਿਹੜੀ ਜ਼ਮੀਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮੇ ਹੈਗੀ, ਉਹਦੇ ਸੰਬੰਧ 'ਚ ਤਾਂ ਮੈਨੂੰ ਪਤਾ ਲੱਗਾ ਕਿ ਹਾਈ ਕੋਰਟ 'ਚ ਕੇਸ ਚੱਲਦਾ ਪਿਆ। ਸੋ ਜ਼ਮੀਨ ਤਾਂ ਆਪਾਂ ਚਾਹੁੰਦੇ ਹਾਂ ਕਿ ਸਾਡੇ ਕੋਲ ਆ ਜਾਵੇ, ਪਰ ਸਰੂਪ ਉਧਰ ਨੂੰ ਸਾਡਾ ਧਿਆਨ ਨਹੀਂ ਹੈਗਾ। ਦੇਖੋ, ਮੈਂ ਪਿਛਲੇ ਵਾਰੀ ਵੀ ਸਿੰਘਾਂ ਨੇ ਗੱਲ ਕੀਤੀ ਸੀ ਵੀ ਅਸੀਂ ਉੱਥੋਂ ਦੇ ਜਿਹੜੇ ਸਿੰਘ ਸਾਹਿਬ ਸੀ ਉਹਨਾਂ ਦੇ ਧਿਆਨ 'ਚ ਲਿਆਂਦਾ ਸੀ, ਤਾਂ ਉਹਨਾਂ ਕਿਹਾ ਜੀ ਵੇਖਾਂਗੇ। ਹੁਣ ਦੇਖੋ, ਜੇ ਜਥੇਦਾਰ ਸਾਹਿਬ ਨੇ ਨਹੀਂ ਦੇਖਣਾ ਤੇ ਕੌਣ ਦੇਖੇਗਾ। ਹੁਣ ਜਿਹੜੇ ਉੱਥੇ ਸਾਡੇ ਜਥੇਦਾਰ ਬਣੇ ਨੇ, ਮਾਲਕ ਨੇ ਇੰਨੀ ਕਿਰਪਾ ਕੀਤੀ ਹੈ ਕਿ ਸਰਦਾਰ ਬਲਦੇਵ ਸਿੰਘ ਜੀ ਹੋਣੇ ਬਹੁਤ ਨਿਮਰਤਾ ਵਾਲੇ ਨੇ, ਬਹੁਤ ਨਿਮਰਤਾ ਵਾਲੇ। ਕਿਸੇ ਵਾਦ ਕਿਸੇ ਇੱਧਰ ਉੱਧਰ ਗੱਲ ਕਿਸੇ ਦੇ ਵਿੱਚ ਪੈਣ ਵਾਲੇ ਪਾਤਸ਼ਾਹ ਦੀ ਬਹੁਤ ਬਖਸ਼ਿਸ਼ ਹੈ। ਦੂਸਰਾ, ਜਿਹੜੀ ਬਿਹਾਰ ਦੀ ਸਿੱਖ ਸੰਗਤ ਸੀ, ਉਹਨਾਂ ਦੀ ਮੰਗ ਵੀ ਸੀ, ਅੰਦਰ ਭਾਵਨਾ ਸੀ, ਪਾਤਸ਼ਾਹ ਅੱਗੇ ਅਰਦਾਸਾਂ ਵੀ ਸੀਗੀਆਂ ਕਿ ਜਿਹੜਾ ਜਥੇਦਾਰ ਹੈਗਾ
ਉਹ ਬਿਹਾਰ ਦਾ ਸਿੱਖ ਹੋਣਾ ਚਾਹੀਦਾ। ਪਰ ਮੇਰੇ ਨਾਲ ਵੀ ਪੂਰੀ ਕਰ ਦਿੱਤੀ ਹੈ। ਮੇਰੇ ਮਨ 'ਚ ਉਹਦਾ ਇਹ ਖਿਆਲ ਆ ਰਿਹਾ ਕਿ ਬਾਹਲੇ ਜ਼ਿਆਦਾ ਵੀ ਨਿਮਰਤਾ ਵਾਲੇ ਨਾ ਹੋਣ ਕਿ ਉੱਥੇ ਤੁਹਾਡੇ ਲਾਗੇ ਛਾਗੇ ਕੋਈ ਮਹੰਤ ਬੋਰੇ 'ਚ ਪਾ ਕੇ ਸਰੂਪ ਘੁੰਮਦਾ ਫਿਰੇ, ਥੋੜੀ ਜਿਹੀ ਨਿਮਰਤਾ। ਨਹੀਂ ਫਿਰ ਕੋਈ ਗੱਲ ਨਹੀਂ, ਫਿਰ ਅੱਗ ਵੀ ਅੰਦਰ ਹੈਗੀ ਏ, ਠੀਕ ਹੈ। ਜੇ ਪਾਤਸ਼ਾਹ ਨੇ ਸਾਨੂੰ 5 ਗੁਣ ਦਿੱਤੇ ਨੇ ਨਾ, ਤੇ 5 ਗੁਣਾਂ ਦੇ ਵਿੱਚ ਇੱਕ ਅੱਗ ਵੀ ਹੈਗੀ ਏ। ਫਿਰ ਇਹ ਨਹੀਂ ਕਿ ਸਾਡੀ ਕੋਈ ਮਾਲਾ ਹੀ ਖੋ ਕੇ ਲੈ ਜੇ, ਫਿਰ ਤਲਵਾਰ ਵੀ ਚੱਕਣ ਨੂੰ ਬੈਠੇ, ਐਡੀ ਕੋਈ ਗੱਲ ਨਹੀਂ ਹੈਗੀ। ਮਹੰਤ ਦੇ ਖਿਲਾਫ ਪਰਚੇ ਦਰਜ ਹੋਇਆ ਪਰ ਹਾਲੇ ਤੱਕ ਉਹਦੀ ਅਰੈਸਟ ਨਹੀਂ ਹੋ ਪਾਈ ਹੈ। ਕੋਈ ਗੱਲ ਨਹੀਂ, ਕਮੇਟੀ ਵੀ ਕਰੇਗੀ ਔਰ ਆਪਾਂ ਖੁਦ ਆਪਾਂ ਜਾ ਕੇ ਕਾਰਵਾਈ ਕਰ ਲਾਂਗੇ। ਇਦਾਂ ਥੋੜੀ ਕਿ ਸਾਡੇ ਪਾਤਸ਼ਾਹ ਦੇ ਨਾਲ ਕੋਈ ਮਜ਼ਾਕ ਕਰ ਜੇ ਜਾਂ ਕੋਈ ਇਦਾਂ ਕਰ ਜੇ ਜਾਂ ਕੋਈ ਉਹਨਾਂ ਨੂੰ ਬੋਰੀਆਂ 'ਚ ਪਾ ਕੇ ਤੁਰਿਆ ਫਿਰੇ, ਇਹ ਨਹੀਂ ਬਰਦਾਸ਼ਤ ਕਰਾਂਗੇ ਅਸੀਂ। ਤੁਸੀਂ ਪ੍ਰਬੰਧਕ ਕਮੇਟੀ ਦੇ ਨਾਲ ਕਰੋਗੇ ਸਾਰੀ ਗੱਲਬਾਤ ਨਾਲ ਜੀ, ਪੈਰਵਾਈ ਕਮੇਟੀ ਨਾਲ ਵੀ, ਮੈਂ ਸੋਹੀ ਸਾਹਿਬ ਨਾਲ ਵੀ, ਜਨਰਲ ਸੈਕਟਰੀ ਜਿਹੜੇ ਕਿ ਬਹੁਤ ਸੁਲਝੇ ਹੋਏ ਆਦਮੀ ਨੇ, ਮੈਂ ਉਹਨਾਂ ਨਾਲ ਵੀ ਉਹਨਾਂ ਦੇ ਨੋਟਸ ਵਿੱਚ ਵੀ ਇਹ ਲਿਆਵਾਂਗਾ ਵੀ ਤੁਸੀਂ ਵੀ ਇਸ ਚੀਜ਼ ਨੂੰ ਥੋੜਾ ਦੇਖੋ। ਔਰ ਹਰ ਸਿੱਖ ਦਾ ਹੀ ਦੇਖਣਾ ਫਰਜ਼ ਹੈ, ਕਿਉਂਕਿ ਉਹਨਾਂ ਕੋਲ ਤੇ ਪਾਵਰ ਹੈ, ਠੀਕ ਹੈ, ਅਥਾਰਟੀ ਹੈ ਬਹੁਤ ਵੱਡੀ, ਤੇ ਪਾਵਰ ਆ ਉਹਨਾਂ ਕੋਲ, ਤੇ ਹੋਰ ਉਹ ਪਾਵਰ ਨੂੰ ਯੂਜ਼ ਕਰ ਸਕਦੇ ਆ। ਜੇ ਬਿਹਾਰ ਦੇ ਆਸੇ-ਪਾਸੇ ਦੇ ਏਰੀਏ ਵਿੱਚ ਹੀ ਆ, ਜਿੱਦਾਂ ਅੱਜ ਸਿੰਘਾਂ ਨੇ ਫੋਨ ਕੀਤਾ ਕਿ ਮਿਲੇ ਨੇ, ਅੱਜ ਸਰੂਪ ਇੱਕ ਲੈ ਕੇ ਉਹ ਪਟਨਾ ਸਾਹਿਬ ਪਹੁੰਚ ਰਹੇ ਨੇ, ਤੇ ਇਸ ਤਰ੍ਹਾਂ ਬਹੁਤ ਸਾਰੇ ਸਰੂਪ ਨੇ, ਤੇ ਇੱਥੋਂ ਜਾ ਕੇ ਸਿੱਖ ਭਾਲ ਕਰਕੇ ਕਰ ਰਹੇ ਨੇ। ਤੇ ਇੱਕ ਸਰੂਪ ਦੀ ਵੇਖੋ ਇੰਨੀ ਬੁਰੀ ਹਾਲਤ ਆ ਵੀ ਘੁਣ ਲੱਗਾ ਪਿਆ ਹੈਗਾ ਵਾ, ਵੇਖ ਕੇ ਰੋਣ ਨਿਕਲਦਾ ਪਿਆ ਕਿ ਪਾਤਸ਼ਾਹ ਤੇਰੇ ਸਰੂਪ ਤੇ ਹਾਲ ਕੀ ਬਣਿਆ। ਇਹ ਸਾਨੂੰ ਥੋੜਾ ਜਿਹਾ ਸਿੱਖਾਂ ਨੂੰ ਇਸ ਬੰਨੇ ਧਿਆਨ ਦੇਣਾ ਪਏਗਾ। ਪ੍ਰਬੰਧਕ ਕਮੇਟੀਆਂ ਵੀ ਇਸ ਗੱਲ ਦੇ ਵਿੱਚ ਸਾਥ ਦੇਣ ਤੇ ਸਿੱਖ ਵੀ ਇਸ ਕੰਮ ਦੇ ਵਿੱਚ ਨਾਲ ਚੱਲਣ, ਤੇ ਫਿਰ ਹੀ ਜਾ ਕੇ ਚੀਜ਼ ਦਾ ਸੁਧਾਰ ਹੋਏਗਾ। ਡਾਕਟਰ ਸਾਹਿਬ, ਜਿਹੜੇ ਬਿਹਾਰ ਪਟਨਾ ਸਾਹਿਬ ਆ, ਚਾਹੇ ਬਿਹਾਰ ਦੇ ਪੂਰੇ ਇਲਾਕੇ ਦੇ ਵਿੱਚ ਜਿਹੜੇ ਵੀ ਸਿੱਖ ਵਸਦੇ ਨੇ, ਥੋੜਾ ਜਿਹਾ ਉਹਨਾਂ ਨੂੰ ਵੀ ਜ਼ਰੂਰ ਮੁਖਾਤਬ ਹੋ ਜਾਓ ਕਿ ਪੰਜਾਬ ਦੇ, ਦੇਖੋ ਸਿੱਖ ਜਿਹੜਾ ਹੈਗਾ ਦੁਨੀਆ ਦੇ, ਮੈਂ ਕਹਿੰਦਾ ਕਿਸੇ ਵੀ ਕੋਨੇ ਵਿੱਚ ਬੈਠਾ ਕਿਉਂ ਨਾ ਹੋਵੇ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਈ ਤੋਹੀਨ ਕਰਦਾ ਹੈਗਾ, ਬੇਹੁਰਮਤੀ ਕਰਦਾ, ਤੇ ਇੱਕ ਵਾਰ ਹਿਰਦਾ ਛਲ ਨਹੀਂ ਹੁੰਦਾ। ਮੈਨੂੰ ਲੱਗਦਾ ਕਿ ਸਾਡੇ ਹੁਣ ਨਾ ਕੁਛ ਹਿਰਦੇ ਕਈ ਵਾਰ ਇਦਾਂ ਦੇ ਹੋ ਗਏ ਕਿ ਇੱਕ ਵਾਰ ਬੇਅਦਬੀ, ਮੈਨੂੰ ਲੱਗਦਾ ਪਹਿਲੀ ਵਾਰੀ ਜਦੋਂ ਕਿਸੇ ਨੇ ਸੁਣੀ ਹੋਊਗੀ ਕਿ ਬੇਅਦਬੀ ਦੀ ਘਟਨਾ ਵਾਪਰੀ ਆ, ਤੇ ਉਹ ਦਿਨ ਚੈਨ ਨਹੀਂ ਆਈ ਹੁਣੀ। ਪਰ ਅੱਜ ਜਦੋਂ ਘਟਨਾ ਸੁਣਨ ਨੂੰ ਮਿਲਦੀ ਆ, ਸੁਣਨ ਨੂੰ, ਪੜ੍ਹਨ ਨੂੰ, ਅਖਬਾਰ ਦੇ ਪੇਜ ਤੇ ਪੜ੍ਹ ਲਿਆ, ਅਸੀਂ ਪੇਜ ਪਲਟ ਕੇ ਅੱਗੇ ਚੱਲ ਗਏ ਤੇ ਨੋਰਮਲ ਜੀ ਗੱਲ ਹੋ ਗਈ। ਹੁਣ ਜ਼ਰੂਰ ਮੈਂ ਕਹਿੰਦਾ ਥੋੜੀ ਜੀ ਉਹਨਾਂ ਸਿੱਖਾਂ ਨੂੰ ਵੀ ਜਿਹੜੇ ਉੱਥੇ ਲਾਗੇ ਛਾਗੇ ਰਹਿੰਦੇ ਹੈਗੇ ਕਿ ਤੁਸੀਂ ਆਪਣੇ ਆਸੇ-ਪਾਸੇ ਨਾ ਬਿਹਾਰ ਦੇ, ਮੈਂ ਬਹੁਤ ਉੱਥੇ ਵਿਚਰ ਕੇ ਵੇਖਿਆ ਕਿ ਪ੍ਰਮਾਤਮਾ ਦਾ, ਗੁਰੂ ਗੋਬਿੰਦ ਸਿੰਘ ਪ੍ਰਤੀ ਉਹਨਾਂ ਦੀ ਬਹੁਤ ਥਾਂ ਸ਼ਰਧਾ ਹੈ, ਬਹੁਤ ਸ਼ਰਧਾ ਹੈਗੀ ਹੈ। ਪਰ ਇਹ ਹੈ ਕਿ ਕੁਝ ਸਾਡੇ ਉੱਧਰ ਬਹੁਤ ਸਾਰੇ ਸਿੱਖ ਜਿਹੜੇ ਫਾਈਨੈਂਸ਼ੀਅਲੀ ਵੀਕ ਨੇ, ਠੀਕ ਹੈ, ਜਿਸ ਵਾਸਤੇ ਇਹ ਚੀਜ਼ਾਂ ਦੀ ਕੁਝ ਘਾਟ ਵੀ ਹੈਗੀ ਹੈ। ਤੇ ਕੁਝ ਸਿੱਖ ਸਾਡੇ ਮਾਲਕ ਦੀ ਬਹੁਤ ਕਿਰਪਾ ਹੈਗੀ ਹੈ, ਤੇ ਸਿੱਖਾਂ ਦੀ ਗਿਣਤੀ ਵੀ ਠੀਕ ਹੈ। ਪਰ ਜੇ ਕਿਤੇ ਵੀ ਉਹਨਾਂ ਨੂੰ ਕੋਈ ਇਸ ਤਰ੍ਹਾਂ ਮਿਲਦਾ ਵਾ ਕਿ ਇਦਾਂ ਦੀ ਚੀਜ਼ ਹੈ ਆ, ਤੇ ਉਹ ਨਹੀਂ ਕਰ ਸਕਦੇ, ਤੇ ਕੋਈ ਗੱਲ ਨਹੀਂ। ਪੰਥ ਕਿਹੜੇ ਕੰਮ ਲਈ ਖੜਾ ਹੈਗਾ, ਠੀਕ ਹੈ ਨਾ, ਪੰਥ ਨਾਲ ਹੀ ਹੈ ਨਾ, ਠੀਕ ਹੈ। ਹੁਣ ਸਾਡੇ ਰਜ਼ੇਵੇਂ ਖਤਮ ਹੋ ਗਏ, ਹਸਪਤਾਲ ਬੈਠੇ ਆ, ਆਪਣੀ ਡਿਊਟੀ ਪੂਰੀ ਕਰ ਰਹੇ ਆ, ਸਵੇਰ ਤੋਂ ਸ਼ਾਮ ਤੱਕ ਡਿਊਟੀ ਨਿਭਾ ਰਹੇ ਹੈਗੇ ਆ। ਜਿਹੜਾ ਜੋ ਵੀ ਅੱਗੇ ਕੰਮ ਡੇਢ ਮਹੀਨਾ ਇਹ ਕੰਮ ਛੱਡ ਹੀ ਛੱਡਿਆ ਨਾ, ਤੇ ਕਿਉਂਕਿ ਪਾਤਸ਼ਾਹ ਦਾ ਕੰਮ, ਪੰਥ ਦਾ ਕੰਮ ਆ। ਪਹਿਲਾਂ ਅਸੀਂ ਜਿਹੜਾ ਹੈਗਾ ਉਹ ਸਿੱਖ ਹਾਂ, ਮੁੜ ਕੇ ਡਾਕਟਰ, ਤੇ ਤੀਜੇ ਨੰਬਰ ਦੇ ਕਾਰੋਬਾਰੀ ਆਉਂਦੇ ਆ। ਤੇ ਜੇ ਅਸੀਂ ਪਾਤਸ਼ਾਹ ਦਾ ਕਾਰਜ, ਜੇ ਸਿੱਖ ਪਹਿਲੇ ਆ ਅਸੀਂ, ਤੇ ਜੇ ਪਾਤਸ਼ਾਹ ਦੇ ਕਾਰਜਾਂ ਵੱਲੋਂ ਹੀ ਪਿੱਛੇ ਜਿਹੜੇ ਹਟ ਜਾਵਾਂਗੇ, ਤੇ ਉਹ ਕੋਈ ਗੱਲ ਸ਼ੋਭਾ ਨਹੀਂ ਦਿੰਦੀ ਹੈਗੀ। ਡਾਕਟਰ ਸਾਹਿਬ, ਜਿਹੜੇ ਸਾਬਕਾ ਹੋ ਗਏ ਹੁਣ ਜਥੇਦਾਰ ਤਨਖਾਹੀਆ ਕਰਾਰ ਦੇ ਦਿੱਤੇ ਗਏ, ਮੈਨੂੰ ਲੱਗਦਾ ਕਿ ਉਹਨਾਂ ਨੂੰ ਨਾ ਰਣਜੀਤ ਸਿੰਘ ਹੋਰ ਉਹਨਾਂ ਨੂੰ ਤੁਸੀਂ ਜ਼ਹਿਰ ਦਿਖਾਲੀ ਦਿੰਦੇ ਹੋਣੇ ਹੋ। ਤੁਹਾਡੇ ਖਿਲਾਫ ਮੈਨੂੰ ਪਤਾ ਲੱਗਾ ਸੀਗਾ ਕਿ ਕੋਈ ਕਾਰਵਾਈ ਵੀ ਕਰਾਉਣ ਨੂੰ ਘੁੰਮਦੇ ਆ। ਨਹੀਂ ਵੇਖੋ, ਘੁੰਮਦੇ ਹੋਣ ਜੋ ਮਰਜ਼ੀ ਕਰਨ, ਮੈਂ ਇਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਰੱਖਦਾ। ਮੇਰਾ ਵਿਸ਼ਵਾਸ ਇੱਕ ਉਸ ਪ੍ਰਮਾਤਮਾ ਦੇ ਉੱਤੇ ਆ, ਗੁਰੂ ਰਾਮਦਾਸ ਪਾਤਸ਼ਾਹ ਦੇ ਉੱਤੇ ਆ। ਇਹ ਜੋ ਕੁਝ ਵੀ ਹੋਇਆ, ਇਹ ਗੁਰੂ ਰਾਮਦਾਸ ਪਾਤਸ਼ਾਹ ਦਾ ਖੇਲ ਹੋਇਆ। ਅਸੀਂ ਕਦੀ ਜ਼ਿੰਦਗੀ 'ਚ ਸੋਚਿਆ ਨਹੀਂ ਸੀ ਕਿ ਇਦਾਂ ਹੋਏਗਾ, ਠੀਕ ਹੈ। ਔਰ ਜਿਹੜੀਆਂ ਚੀਜ਼ਾਂ ਨਾ ਚਾਹੁੰਦੇ ਹੋਏ ਇੱਕ ਬੰਦਾ ਨਾ ਸਮਝੀ ਹੈ ਨਹੀਂ ਗੀ, ਦੇਖੋ ਅਸੀਂ ਕੋਈ ਮਰਿਆਦਾ, ਕੋਈ ਦੂਸਰੀ ਚੀਜ਼ ਸਮਝਦੇ ਹੈ ਨਹੀਂ ਗੇ, ਤੇ ਪਾਤਸ਼ਾਹ ਨੇ ਐਸਾ ਖੇਲ ਬਣਾ ਦਿੱਤਾ ਕਿ ਸਾਰਾ ਕੁਝ ਸਾਹਮਣੇ, ਕਿਉਂਕਿ ਜਦੋਂ ਕੋਈ ਚੀਜ਼ ਸਾਹਮਣੇ ਪ੍ਰਮਾਤਮਾ ਨੇ ਲਿਆਉਣੀ ਨਾ, ਜ਼ਰੀਏ ਬਣਾਉਂਦਾ। ਅਸੀਂ ਤੇ ਇੱਕ ਮਿੱਟੀ ਦੇਖ ਰਹੇ ਸੀ ਕਿ ਇਹ ਸਮਰਾ ਹੈ, ਪਰ ਜੋ ਵੀ ਖੇਲ ਸੀ ਉਹ ਗੁਰੂ ਰਾਮਦਾਸ ਪਾਤਸ਼ਾਹ ਦਾ ਚੱਲ ਰਿਹਾ। ਇਸ ਕਰਕੇ ਚੱਲਣੀ ਗੁਰੂ ਰਾਮਦਾਸ ਪਾਤਸ਼ਾਹ ਦੀ ਆ। ਕੋਈ ਕਿਸੇ ਨੂੰ ਜ਼ਹਿਰ ਦਿਖੇ ਜਾਂ ਕਿਸੇ ਨੂੰ ਕੁਛ ਦਿਖੇ, ਪਰ ਮੇਰੇ ਵਾਸਤੇ, ਮੇਰੇ ਮਨ 'ਚ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਨਾ ਅਸੀਂ ਸੋਚਦੇ ਹੈਗੇ। ਕਿਉਂ? ਜਿਹੜੇ ਗੁਰੂ ਦੇ ਕੰਮ ਆ ਉਹ ਗੁਰੂ ਕਰੇ, ਠੀਕ ਹੈ। ਇਸ ਕਰਕੇ ਇਹ ਜੋ ਕੁਝ ਵੀ ਕੀਤਾ ਹੈ, ਜੋ ਕੁਝ ਹੋਇਆ ਹੈ, ਗੁਰੂ ਰਾਮਦਾਸ ਪਾਤਸ਼ਾਹ ਦੇ ਹੋਇਆ। ਕਿਉਂਕਿ ਜਦੋਂ ਕੋਈ ਇਹੋ ਜਿਹੀ ਗੱਲ ਹੋਣੀ ਹੁੰਦੀ ਹੈ ਨਾ, ਤੇ ਬੁੱਧੀ ਤੇ ਉੱਤੇ ਪਰਦਾ ਗਲੋ ਪੈ ਜਾਂਦਾ। ਉਸ ਬੰਦੇ ਨੂੰ ਸਮਝ ਹੀ ਨਹੀਂ ਲੱਗਦੀ ਕਿ ਮੈਂ ਕੀ ਕਰਨਾ ਕੀ ਨਹੀਂ ਕਰਨਾ। ਉਹ ਖੁਦ ਹੀ ਇਹੋ ਜਿਹੇ ਕੰਮ ਕਰ ਪੈਂਦਾ ਵਾ ਕਿ ਜਿਹੜੇ ਉਹਦੇ ਕੰਮ ਉਹਨੂੰ ਉਹਦੇ ਵਿੱਚ ਹੀ ਫਸਾ ਦਿੰਦੇ ਹੈਗੇ। ਇਹ ਮਾਲਕ ਦੀ ਖੇਲ ਆ, ਕਿਉਂਕਿ ਗੁਰੂ ਦੇ ਘਰ ਵਿੱਚ ਨਹੀਂ ਇਹ ਚੀਜ਼ਾਂ ਚੱਲਦੀਆਂ, ਨਹੀਂ ਇਹ ਚੀਜ਼ਾਂ ਹੁੰਦੀਆਂ, ਠੀਕ ਹੈ। ਇਸ ਕਾਰਨ ਕਰਕੇ ਜਿਹੜੀ ਚੀਜ਼ ਹੈਗੀ ਆ, ਉਹ ਮਾਲਕ ਦੇ ਭੈ ਦੇ ਵਿੱਚ ਰਹਿੰਦਿਆਂ ਹੋਇਆਂ
ਮਾਲਕ ਦੇ ਡਰ ਵਿੱਚ ਰਹਿੰਦਿਆਂ ਹੋਇਆਂ, ਕਿਉਂਕਿ ਮਾਲਕ ਦਾ ਪਵਿੱਤਰ ਡਰ ਹੈਗਾ, ਉਹਦੇ ਵਿੱਚ ਰਹਿੰਦਿਆਂ ਹੋਇਆਂ ਤੇ ਇਹੀ ਸਾਨੂੰ ਚੱਲਣਾ ਚਾਹੀਦਾ। ਜੋ ਪੰਜ ਪਿਆਰਿਆਂ ਦਾ ਹੁਕਮ ਹੈ, ਉਹਨਾਂ ਹੁਕਮਾਂ ਨੂੰ ਜੇ ਸਿੱਖ ਹੀ ਚੈਲੰਜ ਕਰਨ ਲੱਗ ਪਣ ਵੀ ਇਦਾਂ ਨਹੀਂ ਤੇ ਇਦਾਂ ਹੈਗਾ, ਤੇ ਇਸ ਤੋਂ ਵੱਡਾ ਦੁੱਖਦਾਈ ਸਾਡਾ ਹੈ ਕੀ ਹੈ। ਠੀਕ ਹੈ ਨਾ ਕਿ ਰਣਜੀਤ ਸਿੰਘ ਹੁਣਾਂ ਨੂੰ ਵੀ ਜ਼ਰੂਰ ਇਹ ਗੱਲ ਵੇਖਣੀ ਪਊਗੀ ਕਿ ਸਾਰੇ ਸਿੱਖ ਹੈਗੇ ਆ, ਤੁਹਾਨੂੰ ਇੱਕ ਵਾਹਿਗੁਰੂ ਨੇ ਕਿਰਪਾ ਬਖਸ਼ਿਸ਼ ਕੀਤੀ ਸੀ, ਗੁਰੂ ਸਾਹਿਬ ਜੀ ਨੇ ਤੁਹਾਨੂੰ ਇੱਕ ਮਾਣ, ਇੱਕ ਰੁਤਬਾ ਬਖਸ਼ਿਆ ਸੀਗਾ, ਪਰ ਉਹਦੀ ਦੁਰਵਰਤੋਂ ਜੇ ਹੋਈ ਹੈ ਤੇ ਤੁਹਾਨੂੰ ਜ਼ਰੂਰ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਝਾਕਣ ਦੀ ਜ਼ਰੂਰਤ ਹੈਗੀ ਆ ਕਿ ਹਾਂ ਬਈ ਮੇਰੇ ਕੋਲੋਂ ਆਹ ਭੁੱਲ ਹੋਈ ਹੈ। ਸੋ ਜਿਹਦੀ ਬਦੌਲਤ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੂਹਰੇ ਲੱਗ ਕੇ ਤੇ ਤੁਹਾਡਾ ਉਹ ਪਰਦਾ ਸਾਹਮਣੇ ਖੋਲ ਕੇ ਤੇ ਤੁਹਾਨੂੰ ਤੁਹਾਡਾ ਅੰਦਰ ਵਿਖਾਤਾ ਹੈਗਾ, ਸੰਗਤ ਨੇ ਵੇਖ ਲਿਆ ਹੈਗਾ। ਸੋ ਮੈਨੂੰ ਲੱਗਦਾ ਕਿ ਇੱਕ ਨਿਮਾਣੇ ਸਿੱਖ ਵਜੋਂ ਹੈ ਨਾ ਜੀ ਆ ਕੇ ਕਹਿਣਾ ਚਾਹੀਦਾ ਹੈਗਾ ਕਿ ਮੇਰੇ ਕੋਲੋਂ ਗੁਸਤਾਖੀ ਹੋ ਗਈ ਹੈ ਤੇ ਖਾਲਸਾ ਪੰਥ ਔਰ ਗੁਰੂ ਸਮਰੱਥ ਹੈਗਾ, ਉਹ ਗੁਰੂ ਬਖਸ਼ ਵੀ ਦਿੰਦਾ ਹੈਗਾ। ਵੱਡੇ ਵੱਡੇ ਗੁਨਾਹ ਕਰਨ ਵਾਲਿਆਂ ਨੂੰ ਗੁਰੂ ਸਾਹਿਬ ਜੀ ਬਖਸ਼ ਲੈਂਦੇ ਨੇ ਔਰ ਆਪਣੇ ਗਲੇ ਲਗਾ ਲੈਂਦੇ ਆ, ਬਜਾਏ ਇਹਦੇ ਕਿ ਦੁਬਾਰਾ ਇੱਕ ਦੂਜੇ ਦੇ ਨਾਲ ਖਿਹਬੜਿਆ ਜਾਵੇ ਜਾਂ ਇੱਕ ਦੂਜੇ ਦੇ ਖਿਲਾਫ ਕੋਰਟ ਵਿੱਚ ਕੇਸ ਕਰਨ ਦੇ ਯਤਨ ਕੀਤੇ ਜਾਣ। ਮੈਨੂੰ ਲੱਗਦਾ ਕਿ ਇੰਜ ਨਹੀਂ ਕਰਨਾ ਚਾਹੀਦਾ। ਡਾਕਟਰ ਸਾਹਿਬ ਜਾਂਦੇ ਜਾਂਦੇ ਦੋ ਲਾਈਨਾਂ ਵਿੱਚ ਆਮ ਸਿੱਖ ਸੰਗਤ ਨੂੰ ਨਹੀਂ, ਮੈਂ ਤੇ ਸਿੱਖ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਉੱਤੇ ਵਿਸ਼ਵਾਸ ਰੱਖੋ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਵਿਸ਼ਵਾਸ ਰੱਖੋ। ਤੁਸੀਂ ਉਹਦੇ ਖੇਲ ਦੇਖੋ ਫਿਰ ਰੋਜ਼ ਦੇ ਰੋਜ਼ ਵੀ ਕਿਵੇਂ ਪਰਮਾਤਮਾ ਖੇਲ ਵਿਖਾਉਂਦਾ। ਕਈ ਵਾਰੀ ਸਾਡੇ ਦਿਮਾਗ 'ਚ ਹੁੰਦਾ ਜੀ ਆਹ ਬੰਦਾ ਕੰਮ ਕਰਦਾ ਵਾ ਤੇ ਇਹ ਤੇ ਬੜਾ ਸੌਖਾ ਹੈਗਾ। ਉਹ ਸੌਖਾ ਨਹੀਂ ਹੈਗਾ। ਜਿੱਦਣ ਸਮਾਂ ਆਉਂਦਾ ਨਾ, ਉਹ ਭਾਂਡਾ ਖੋਲ ਕੇ ਅੱਗੇ ਰੱਖ ਦਿੰਦਾ, ਕਹਿੰਦਾ ਖੋਲ ਤਾਂ ਹੀ ਆ, ਦੇਖ ਲੈ ਹੁਣ ਤੋਂ। ਤੇ ਇਹੀ ਕੁਛ ਮਾਲਕ ਕਰਦਾ, ਚਾਹੇ ਮੈਂ ਹੋਵਾਂ, ਤੁਸੀਂ ਹੋ, ਕੋਈ ਵੀ ਹੋਵੇ। ਜਿਹੜੇ ਕਦੀ ਵੀ ਇੱਕ ਰੱਬੀ ਨਿਜ਼ਮ ਹੈ, ਗੁਣ ਤੇ ਔਗਣ ਇਹ ਕਦੀ ਛੁਪਦੇ ਨਹੀਂ ਹੈਗੇ, ਨਾ ਕਦੀ ਗੁਣੀ ਛੁਪਦੇ ਨੇ ਨਾ ਔਗਣੀ ਛੁਪਦੇ ਨੇ। ਉਹ ਤੁਹਾਡੇ ਮੁਖ ਤੋਂ ਪ੍ਰਗਟ ਹੋ ਜਾਣ ਜਾਂ ਕਿਸੇ ਦੇ ਮੁਖ ਤੋਂ ਪ੍ਰਗਟ ਹੋ ਜਾਣ, ਇਹ ਚੀਜ਼ ਸਾਹਮਣੇ ਆਉਣੀ ਆਉਣੀ ਹੈ। ਰੱਬੀ ਨਿਜ਼ਮ ਹੈਗਾ ਤੇ ਜਦੋਂ ਰੱਬੀ ਨਿਜ਼ਮ ਹੈ ਤਾਂ ਹੋਣਾ ਹੀ ਆ। ਤੇ ਫਿਰ ਵੀ ਇਹਦੇ ਵਿੱਚ ਤਾਂ ਕੋਈ ਕਿਸੇ ਦਾ ਕੁਝ ਨਹੀਂ ਹੈ, ਇਹ ਤਾਂ ਮਾਲਕ ਹੀ ਜਾਣਦਾ, ਮਾਲਕ ਦੀਆਂ ਮਾਲਕ ਹੀ ਜਾਣਦਾ ਨਾ। ਸਾਨੂੰ ਤੇ ਉਸ ਗੁਰੂ ਦੇ ਉੱਪਰ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਉੱਪਰ, ਗੁਰੂ ਰਾਮਦਾਸ ਪਾਤਸ਼ਾਹ ਦੇ ਉੱਪਰ ਇੰਨਾ ਭਰੋਸਾ ਹੈ ਕਿ ਅਸੀਂ ਛਾਤੀ ਠੋਕ ਕੇ ਵੀ ਕਹਿ ਦਿੰਦੇ ਹੈਗੇ ਆ ਕਿ ਮੇਰਾ ਪਿਓ ਮੇਰੇ ਨਾਲ ਖੜਾ ਹੈ, ਗੁਰੂ ਰਾਮਦਾਸ ਮੇਰੇ ਨਾਲ ਖੜਾ, ਸਾਨੂੰ ਕੋਈ ਪਰਵਾਹ ਨਹੀਂ ਹੈਗੀ। ਠੀਕ ਹੈ। ਔਰ ਇਹਨਾਂ ਸਿੱਖ ਦਾ ਇੱਕ ਮੈਂ ਕਹਿੰਦਾ ਕੋਈ ਅੰਦਰ ਟੁੱਟ ਵਿਸ਼ਵਾਸ ਹੋਣਾ ਚਾਹੀਦਾ ਹੈ, ਕਿਉਂ ਨਾ ਹੋਵੇ ਮੰਨਿਆ ਦਿਲੋਂ ਕਿ ਮੇਰਾ ਪਿਓ ਆ ਗੁਰੂ ਰਾਮਦਾਸ ਪਾਤਸ਼ਾਹ ਨੇ ਮੈਨੂੰ ਫਕਰਿਆ ਹੋਏ। ਕਿੱਦਾਂ ਹੋ ਸਕਦਾ ਵੀ ਕੋਈ ਗੱਲ ਦੇ ਵਿੱਚ ਕਮੀ ਰਹਿ ਜੇ, ਕੋਈ ਗੱਲ ਰਹਿ ਜੇ, ਕੋਈ ਦੁਨੀਆ ਦੀ ਤਾਕਤ ਇੱਕ ਬੰਨੇ ਖੜੀ ਹੋ ਜੇ, ਕੁਛ ਨਹੀਂ ਕਰ ਸਕਦੀ ਜਿੱਥੇ ਮੇਰਾ ਗੁਰੂ ਰਾਮਦਾਸ ਖੜਾ ਹੈ। ਵਾਕਈ ਜਿੱਥੇ ਗੁਰੂ ਨਾਲ ਖੜ ਜਾਵੇ। ਤੇ ਜਿਵੇਂ ਗੁਰਬਾਣੀ ਵਿੱਚ ਵੀ ਆਉਂਦਾ ਹੈਗਾ ਕਿ ਗੁਰ ਥਾਪੀ ਦਿੱਤੀ ਕੰਡ ਜੀਓ, ਵੀ ਜਿਹੜੇ ਪੰਜ ਪਹਿਲਵਾਨ ਹੈਗੇ ਆ ਵੀ ਹਾਂ ਗੁਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲ ਉੱਚ ਦਮਾਲੜਾ ਸਭ ਹੋਏ ਛਿੰਝੇ ਇਕੱਠੀਆਂ। ਸੋ ਸਾਰਾ ਸ਼ਬਦ ਜਿਹੜਾ ਹੈਗਾ ਵੀ ਜਦੋਂ ਗੁਰੂ ਨਾਲ ਪਿੱਠ ਦੇ ਉੱਪਰ ਖੜ ਜਾਵੇ ਤਾਂ ਫਿਰ ਜਿਹੜੇ ਪੰਜੋ ਵਿਕਾਰ ਹੈਗੇ ਆ, ਉਹ ਪੰਜ ਵਿਕਾਰ ਪਹਿਲਵਾਨ ਬਣ ਕੇ ਜਿਹੜੇ ਸਾਹਮਣੇ ਟੱਕਰਦੇ ਆ ਤੇ ਉਹ ਚਿੱਤ ਕਰਕੇ ਰੱਖ ਦਿੰਦਾ ਹੈਗਾ ਜਦੋਂ ਗੁਰੂ ਪਿੱਠ ਦੇ ਉੱਪਰ ਆਣ ਕੇ ਖੜਾ ਹੋ ਜਾਵੇ। ਸੋ ਮੁੱਖ ਦੀ ਗੱਲ ਇਹ ਹੈ ਕਿ ਡਾਕਟਰ ਸਾਹਿਬ ਦਾ ਇਹ ਕਹਿਣਾ ਹੈਗਾ ਕਿ ਜਿਹੜੀ ਉੱਥੋਂ ਦੀ ਇਸ ਵੇਲੇ ਮੈਨੇਜਮੈਂਟ ਕਮੇਟੀ ਹੈਗੀ ਆ, ਜਿਹੜੇ ਉੱਥੇ ਕਾਰਜਕਾਰੀ ਪ੍ਰਧਾਨ ਹੈਗੇ ਨੇ ਜਗਜੋਤ ਸਿੰਘ ਸੋਹੀ, ਡਾਕਟਰ ਸਾਹਿਬ ਦਾ ਕਹਿਣਾ ਹੈਗਾ ਕਿ ਮੈਂ ਉਹਨਾਂ ਨੂੰ ਨਿੱਜੀ ਤੌਰ 'ਤੇ ਜਾਣਦਾ, ਮੈਨੂੰ ਉਹ ਵਧੀਆ ਲੱਗਦੇ ਨੇ। ਜਿਹੜੀ ਉੱਥੋਂ ਦੀ ਪ੍ਰਬੰਧਕ ਕਮੇਟੀ ਆ ਵੀ ਉਹ ਵੀ ਠੀਕ ਹੈ। ਸੋ ਇਹਨਾਂ ਦਾ ਕਹਿਣਾ ਹੈਗਾ ਕਿ ਉਹ ਬਿਹਾਰ ਦੇ ਹੀ ਰਹਿਣ ਵਾਲੇ ਨੇ, ਪੰਜਾਬ ਤੋਂ ਉੱਥੇ ਕਿਸੇ ਨੂੰ ਜਾਣ ਦੀ ਜ਼ਰੂਰਤ ਨਹੀਂ ਹੈ। ਬਿਹਾਰ ਦੀਆਂ ਜਿਹੜੀਆਂ ਸੰਗਤਾਂ ਨੇ ਉਹ ਵੀ ਚਾਹੁੰਦੀਆਂ ਨੇ ਕਿ ਸਾਡੇ ਇੱਥੋਂ ਦੀ ਹੀ ਸਟੇਟ ਦਾ ਕੋਈ ਹੋਵੇ ਪ੍ਰਧਾਨ ਜਿਹੜਾ ਇੱਥੇ ਸਾਡੇ ਲਾਗੇ ਹੀ ਰਹਿੰਦਾ ਹੋਵੇ। ਸੋ ਡਾਕਟਰ ਸਾਹਿਬ ਲੱਗਦਾ ਕਿ ਉਹ ਉੱਥੋਂ ਦੇ ਹੀ ਰਹਿਣ ਵਾਲੇ ਹੈਗੇ ਨੇ, ਭਾਈ ਬਲਦੇਵ ਸਿੰਘ ਜੀ ਤੇ ਹੋਰ ਜਿਹੜੀ ਸਾਰੀ ਮੈਨੇਜ ਕਮੇਟੀ। ਔਰ ਆਪਾਂ ਵੀ ਇੱਕ ਮੈਂ ਸਿੱਖ ਪੱਤਰਕਾਰ ਹੋਣ ਦੇ ਨਾਤੇ ਜ਼ਰੂਰ ਬੇਨਤੀ ਕਰਨੀ ਚਾਹੂੰਗਾ ਕਿ ਜਿਹੜੇ ਆਪਾਂ ਪਾਵਨ ਸਰੂਪਾਂ ਦੀ ਗੱਲ ਕਰਦੇ ਹਾਂ, ਡਾਕਟਰ ਸਾਹਿਬ ਨੇ ਜੇ ਹੁਣ ਪ੍ਰਬੰਧਕ ਕਮੇਟੀ ਨੂੰ ਕਹਿਣਾ ਚਾਹੂੰਗਾ ਕਿ ਜੇ ਤੁਹਾਡੇ ਤੇ ਵਿਸ਼ਵਾਸ ਜਤਾਇਆ ਹੈਗਾ, ਤੁਹਾਡੀ ਉਹਨਾਂ ਨੇ ਤਾਰੀਫ ਵੀ ਕੀਤੀ ਆ, ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਉੱਥੇ ਪਾਵਨ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੰਜਾਬ ਤੋਂ ਚੱਲ ਕੇ ਸਿੰਘ ਉੱਥੇ ਗਏ ਹੋਏ ਆ, ਉਮੀਦ ਕਰਦੇ ਹਾਂ ਕਿ ਤੁਸੀਂ ਉਧਰਲੇ ਬੰਨੇ ਨੂੰ ਵੀ ਜ਼ਰੂਰ ਧਿਆਨ ਕਰੋਗੇ। ਔਰ ਜਿਹੜੀ ਉਹ 2200 ਏਕੜ ਜ਼ਮੀਨ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਮੇ ਹੈ, ਉਹ ਵੀ ਜ਼ਰੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮੇ ਹੀ ਹੋਣੀ ਚਾਹੀਦੀ ਹੈ ਔਰ ਉਹਦਾ ਸਦ ਉਪਯੋਗ ਹੋਣਾ ਚਾਹੀਦਾ। ਔਰ ਉਸ ਤੋਂ ਵੀ ਪਹਿਲ ਦੇ ਆਧਾਰ ਦੇ ਉੱਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸਾਂਭ ਸੰਭਾਲ ਜਿਹੜੀ ਆ ਪਹਿਲ ਦੇ ਆਧਾਰ ਦੇ ਉੱਪਰ ਜ਼ਰੂਰ ਹੋਣੀ ਚਾਹੀਦੀ ਹੈ। ਇਸ ਗੱਲ ਦੀ ਆਪਾਂ ਉਮੀਦ ਕਰਦੇ ਹਾਂ। ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।